सतनाम करता पुरख निर्भय निर्वैर अकाल मूरत आजुनी सैभं गुर प्रसाद। परम सन्मान सत्कारयोग परम पूजिए साध संगत जी, हफ्तावारी दीवान दियां हाज़रियां परदियां पंथ प्रसिद्ध गुरु के कीर्तनीए जिन्हां पासों गुरबाणी दा रस भिन्ना शब्द कीर्तन आप जी ने सरवण कीता। उपरंत अज निम्रता दी पूर्ण तस्वीर सेवा दे पुंज धन श्री गुरु अमरदास सच्चे पातशाह दा आगमन पुरब है। आगमन पुरब मनाउण लई आप दोपहर दे दीवान दियां हाज़रियां भर रहे हो। आओ मन बिरतियां एकागर करिए। सतगुरां दे कुछ वसब इतिहास ते गुरबाणी विचार सब मिल के करिए, क्योंकि गुरु ने गुरसिखां नूं मिल के विचार करन दा उपदेश कीता। सब मिल के सतगुरु गुरु अमरदास सच्चे पातशाह दी कुल दा मैं एक दो मिनट जिक्र करा। नगर बासर के विच जो जिला अमृतसर विच ये नगर अज भी मौजूद है। इत्थे राम नारायण जी सब तो पहला आके वसे, फिर उन्हां दे अगों बेटे ने बिशन दास। छोटी जी दुकान करदे सन नारायण जी। उस किते नूं बिशन दास ने बहुत प्रफुल्लित कीता। असी गृहस्थी लोग ऐसे पुत्र नूं सपुत्र दा नाम देने आ जिहड़ा पिता पुरखी जायदाद विच वाधा करदा ते परिवार दे लई कुछ करदा, सेवा करदा। भाई बिशन दास जी ने पिता पुरखी किते नूं इन्ना वधाया कि इलाके दे विच नाम प्रसिद्ध हो गया। भाई बिशन दास दा अगों बेटा है हर जी। ये गुरु अमरदास दी कुल है जी, पिछोकड़ हर जी। ते हर जी ने जदों इस किते नूं अगां वधाउणा चाहिया ते बिशन दास जी थोड़े बजुर्ग हो चुके ने। वाहिगुरु दी मर्जी कालवास हो गए और हरजी जिन्हां दे गृह विखे तेज भान भल्ला जी ने जन्म लिया। तेज भान भल्ले ते कुल है। जदों बिशन दास जी परलोक गमन कर गए तो हरजी उन्हां दे अस्त लैके कुल दी रवायत दे मुताबक कहंदे गंगा ते गए। जल प्रवाह करके मुड़ रहे सन, रस्ते विच ही उन्हां दा भी देहांत हो गया। भर जवानी दे विच तेज भान भल्ला जी ते घर दी जिम्मेवारी आन पई। इकल्ले सन। किता थोड़ा घटदा गया।
ਔਰ ਸਾਹਿਤਕਾਰ ਭਾਈ ਸਤਬੀਰ ਸਿੰਘ ਜੀ ਤੇ ਲਿਖਦੇ ਬਹੁਤ ਘਟ ਗਿਆ, ਚੌਥਾ ਹਿੱਸਾ ਰਹਿ ਗਿਆ। ਇਹ ਮੈਂ ਅੱਗੇ ਚੱਲ ਕੇ ਦੱਸਦਾ ਮੈਂ ਇਹ ਪਿਛੋਕੜ ਕਿਉਂ ਕਹਿ ਰਿਹਾ। ਕਿਉਂਕਿ ਸਰਕਰਦਾ ਪਰਿਵਾਰ ਹੈ ਇਹ ਇਲਾਕੇ ਦਾ। ਇੱਕ ਦੋ ਕਾਰਨ ਆਪ ਨਾਲ ਸਾਂਝੇ ਕਰਾਂਗਾ। ਜ਼ਿੰਮੇਵਾਰੀ ਜਦ ਆ ਪਈ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਪਿਤਾ ਪੁਰਖੀ ਜਿਹੜੀ ਹੈ ਨਾ ਇਹ ਕਿਰਤ ਵਿਰਤ ਘਟਾ ਦਿੱਤੀ ਤੇਜ ਭਾਂਜੀ ਨੇ। ਇਹਨਾਂ ਦੇ ਅੱਗੋਂ 4 ਬੇਟੇ ਨੇ ਜੀ। ਵਾਹਿਗੁਰੂ ਨੇ ਇੰਨੀ ਕਿਰਪਾ ਕੀਤੀ ਕਿ ਤੇਜ ਭਾਂਜੀ ਦੇ ਗ੍ਰਹਿ ਵਿਖੇ ਕਿੰਨੇ ਬੇਟਿਆਂ ਨੇ ਜਨਮ ਲਿਆ? 4। ਤੇ ਸਭ ਤੋਂ ਵੱਡੇ ਕੌਣ ਨੇ? ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਆਇਆ ਸ੍ਰੀ ਅਮਰਦਾਸ। ਆਪ ਸਮਝ ਗਏ ਹੋ, ਸਤਿਗੁਰੂ ਗੁਰੂ ਅਮਰਦਾਸ ਜਿਨ੍ਹਾਂ ਦਾ ਅਸੀਂ ਅੱਜ ਆਗਮਨ ਪੁਰਬ ਮਨਾ ਰਹੇ ਹਾਂ। ਉਦੋਂ ਛੋਟੇ ਨੇ ਈਸਰਦਾਸ, ਉਦੋਂ ਛੋਟੇ ਨੇ ਮਾਨਕ ਚੰਦ। 4 ਭਾਈ ਨੇ। ਪਿਤਾ ਨਾਲ ਹੱਥ ਵਟਾਇਆ ਸ੍ਰੀ ਅਮਰਦਾਸ ਜੀ ਨੇ। ਥੋੜਾ ਸੰਖੇਪ ਕਰੀਏ। ਔਰ ਕਿਰਤ ਵਿੱਚ ਜੁੜ ਗਏ। ਬਹੁਤ ਮਿਹਨਤ ਕੀਤੀ। ਪਿਤਾ ਜੀ ਘਰ ਦੀ ਦੁਕਾਨ ਤੇ ਬੈਠਦੇ ਨੇ ਤੇ ਸ੍ਰੀ ਅਮਰਦਾਸ ਜੀ ਕੋਲ ਇੱਕ ਘੋੜਾ ਹੈ ਜਿਹਦੇ ਉੱਤੇ ਫੇਰੀ ਲਾਉਂਦੇ ਨੇ। ਵਪਾਰ ਦਾ ਕੰਮ। ਫਿਰ ਜਿਹੜਾ ਸੀ ਵਣਜ ਵਪਾਰ ਦੇ ਕਾਰਨ ਗੁਰੂ ਕੇ ਪਿਆਰਿਓ ਉਹ ਜਿਹੜਾ ਕਾਰੋਬਾਰ ਸੀ ਵੱਧ ਗਿਆ। ਆਪਣੇ ਹੱਥੀਂ ਸ੍ਰੀ ਅਮਰਦਾਸ ਜੀ ਨੇ, ਸ੍ਰੀ ਅਮਰਦਾਸ ਲਫ਼ਜ਼ ਮੈਂ ਇਸ ਲਈ ਵਰਤ ਰਿਹਾ ਜੇ ਗੁਰਤਾ ਨਹੀਂ ਮਿਲਿਆ, ਜਿੱਤੇ ਗੁਰੂ ਮਿਲਾਪ ਵੀ ਨਹੀਂ ਹੋਇਆ। ਇਤਿਹਾਸ ਦਾ ਉਹ ਪੰਨਾ ਸੀ ਵਾਚ ਰਹੇ। ਤੋ ਗੁਰੂ ਕੇ ਪਿਆਰਿਓ ਤਿੰਨਾਂ ਭਰਾਵਾਂ ਦੀ ਛੋਟੇ ਨੇ ਪਰ ਹੱਥੀਂ ਸ਼ਾਦੀ ਕਰ ਦਿੱਤੀ। ਆਪਣੀ ਅਜੇ ਨਹੀਂ ਹੋਈ। ਆਪਣੀ 28 ਵਰਿਆਂ ਦੇ ਬਾਅਦ ਸ਼ਾਦੀ ਹੋਈ ਸੀ ਸਨਖਤਰੇ ਨਗਰ ਦੇ ਵਿੱਚ ਬੀਬੀ ਮਨਸਾ ਦੇਵੀ ਦੇ ਨਾਲ। ਉਦੋਂ ਉਮਰ ਸੀ ਸ੍ਰੀ ਅਮਰਦਾਸ ਜੀ ਦੀ 28 ਵਰਿਆਂ ਦੀ। ਤੋ ਜਨਮ ਜਿਹੜਾ ਹੋਇਆ ਉਹ ਵੀ ਮੈਂ ਬੇਨਤੀ ਕਰ ਦੇਵਾਂ, ਬਾਸਰ ਕੇ ਨਗਰ ਵਿੱਚ 2 ਨਾਮ ਮਾਤਾ ਦੇ ਵਿਦਵਾਨਾਂ ਨੇ ਲਿਖੇ ਨੇ, ਇੱਕ ਲੱਖੋ ਤੇ ਦੂਜਾ ਲਖਮੀ। ਇਹੋ ਜਿਹੇ ਨਾਮ ਹੀ ਉਦੋਂ ਪ੍ਰਚਲਿਤ ਹੁੰਦੇ ਸੀ। ਮਾਤਾ ਲਖਮੀ ਦੀ ਕੁੱਖ ਤੋਂ ਪਿਤਾ ਤੇਜ ਭਾਨ ਜੀ ਦੇ ਗ੍ਰਹਿ ਵਿਖੇ 5 ਮਈ ਨੂੰ ਤੇ 1479 ਈਸਵੀ ਨੂੰ ਬਾਸਰ ਕੇ ਨਗਰ ਦੇ ਵਿੱਚ ਇਸ ਕੁੱਲ ਦੇ ਵਿੱਚ ਸ੍ਰੀ ਅਮਰਦਾਸ ਜੀ ਦਾ ਜਨਮ ਹੋਇਆ। ਕਿਰਤੀ ਸਨ। ਮੈਂ ਕੁੱਲ ਮਿਲਾ ਕੇ ਬੇਨਤੀ ਕਰਾਂ, ਇਹ ਪਰਿਵਾਰ ਕੀ ਹੈ ਜੀ? ਕਿਰਤੀ। ਧਿਆਨ ਦੇਣਾ, ਕਿਰਤੀ, ਕਿਰਤ ਕਰਨ ਵਾਲਾ। ਕਿਉਂਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਕਿਰਤੀ ਬੰਦੇ ਬੜੇ ਚੰਗੇ ਲੱਗਦੇ। ਉਹਨਾਂ ਦੀ ਜ਼ਿੰਦਗੀ ਦਾ ਤੇ ਮਿਸ਼ਨ ਹੀ ਇਹ ਸੀ ਕਿ ਉਹ ਜਿੱਥੇ ਜਾਂਦੇ ਪਹਿਲਾ ਬਚਨ ਹੀ ਗੁਰੂ ਨਾਨਕ ਦੀ ਰਸਨਾ ਤੋਂ ਇਹ ਨਿਕਲਦਾ ਹੈ, ਕਿਰਤ ਕਰੋ। ਗੁਰੂ ਨਾਨਕ ਸਾਹਿਬ ਜਿੱਥੇ ਵੀ ਗਏ ਪ੍ਰਚਾਰ ਫੇਰੀਆਂ 4 ਕੀਤੀਆਂ, ਬੜੀਆਂ ਬੜੀਆਂ ਵੱਡੀਆਂ। ਆਪ ਦਾਨੇ ਸੱਜਣ ਬੈਠੇ ਹੋ, ਵਿਚਾਰ ਕੇ ਦੇਖੋ, ਬੜਾ ਗਹਿਰਾ ਭਾਵ ਹੈ ਕਿ ਗੁਰੂ ਨਾਨਕ ਸਾਹਿਬ ਸਭ ਤੋਂ ਪਹਿਲਾ ਬਚਨ ਕਿਰਤ ਕਰੋ ਕਿਉਂ ਕਹਿੰਦੇ? ਦੂਜੇ ਨੰਬਰ ਤੇ ਕਹਿੰਦੇ ਕਿ ਨਾਮ ਜਪੋ। ਫਿਰ ਜੋ ਕਿਰਤ ਕਰਦੇ ਉਹਦੇ ਵਿੱਚੋਂ ਸਾਹਿਬ ਕਹਿੰਦੇ ਵੰਡ ਕੇ ਵੀ ਛਕੋ। ਇਹ 3 ਬਚਨ। ਇਹ ਕਿਰਤੀ ਪਰਿਵਾਰ ਹੈ ਪਿਆਰਿਓ। ਸ਼ਾਦੀ ਹੋਈ ਸ੍ਰੀ ਅਮਰਦਾਸ ਜੀ ਦੀ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਹੈ। 4 ਬੱਚਿਆਂ ਦੀ ਦਾਤ ਸ੍ਰੀ ਅਮਰਦਾਸ ਜੀ ਨੂੰ ਵਿਧਾਤੇ ਨੇ ਬਖਸ਼ੀ। 2 ਬੇਟੇ ਨੇ ਤੇ 2 ਬੇਟੀਆਂ ਨੇ, ਜਿਨ੍ਹਾਂ ਦਾ ਜ਼ਿਕਰ ਇਤਿਹਾਸ ਵਿੱਚ ਆਉਂਦਾ ਹੈ। ਮੋਹਨ ਜੀ ਤੇ ਮੋਹਰੀ ਜੀ 2 ਪੁੱਤਰ ਨੇ ਇਹਨਾਂ ਦੇ, ਤੇ 2 ਬੇਟੀਆਂ ਨੇ।
ਬੀਬੀ ਦਾਨੀ ਤੇ ਬੀਬੀ ਭਾਨੀ। ਇਹ ਪਰਿਵਾਰ ਹੈ ਸ਼੍ਰੀ ਅਮਰਦਾਸ ਜੀ ਦਾ। ਪਿਤਾ ਆਪਣੇ ਜੀਵਨ ਨੂੰ ਚਲਾਉਂਦਿਆਂ ਕਾਲ ਵਸ ਹੋ ਗਏ। ਤੇਜ ਭਾਂਜੀ ਜ਼ਿੰਮੇਵਾਰੀ ਸਾਰੀ ਫਿਰ ਸ਼੍ਰੀ ਅਮਰਦਾਸ ਜੀ ਤੇ ਆਨ ਪਈ ਹੈ। ਅਜੇ ਵੀ ਗੁਰਤਾ ਨਹੀਂ ਮਿਲੀ। ਤੇ ਜਦੋਂ ਪਿਤਾ ਦੀਆਂ ਅਸਥੀਆਂ ਪਰਵਾਹ ਕਰਨ ਗਏ ਤੇ ਆਉਂਦਿਆਂ ਨੂੰ ਦੂਜੇ ਭਰਾਵਾਂ ਨੇ ਕਿਹਾ ਕਿ ਅਸੀਂ ਅਲੱਗ-ਅਲੱਗ ਹੋ ਜਾਈਏ। ਖੇਤੀ ਤੇ ਦੁਕਾਨਦਾਰੀ ਨਹੀਂ ਵੰਡੀ, ਬਾਕੀ ਘਰ ਵੰਡਿਆ ਗਿਆ, ਅਲੱਗ-ਅਲੱਗ ਹੋ ਗਏ। ਗੁਰੂ ਕੇ ਪਿਆਰਿਓ, ਫਿਰ ਵੀ ਸ਼੍ਰੀ ਅਮਰਦਾਸ ਜੀ ਨੇ ਆਪਣੀ ਜ਼ਿੰਮੇਵਾਰੀ ਵੱਡੀ ਜਗ੍ਹਾ ਤੇ ਨਿਭਾਈ ਹੈ। ਇੰਨਾ ਵੱਡਾ ਪਰਿਵਾਰ ਹੈ। ਇਹ ਪਰਿਵਾਰ ਦੇ ਵਿੱਚ ਖਾਸੀਅਤ ਇਹ ਹੈ ਕਿ ਮਾਨਕ ਚੰਦ ਦਾ ਬੇਟਾ, ਹੁਣ ਧਿਆਨ ਦੇਣਾ, ਜਿਹੜਾ ਸਤਿਗੁਰਾਂ ਦਾ ਛੋਟਾ ਵੀਰ ਹੈ ਨਾ ਮਾਨਕ ਚੰਦ, ਉਹਦਾ ਭਰਾ ਹੈ ਜੱਸੂ, ਤੇ ਉਹ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਬੇਟੀ ਦੇ ਨਾਲ ਵਿਆਹਿਆ ਹੋਇਆ। ਇੱਥੋਂ ਅੰਦਾਜ਼ਾ ਲਾ ਲਓ ਕਿ ਇਹ ਪਰਿਵਾਰ ਇਸ ਇਲਾਕੇ ਦੇ ਵਿੱਚ ਆਮ ਪਰਿਵਾਰ ਨਹੀਂ ਹੈ। ਮੈਂ ਇੰਨਾ ਹੀ ਕਹਾਂਗਾ ਕਿ ਖਾਸ ਪਰਿਵਾਰ ਹੈ। ਜਿਸ ਘਰ ਦੇ ਵਿੱਚ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੇ ਆਪਣੀ ਬੇਟੀ ਦੀ ਸ਼ਾਦੀ ਕੀਤੀ, ਬੀਬੀ ਅਮਰੋ ਉਹਨਾਂ ਦਾ ਨਾਮ ਹੈ। ਤੇ ਜਦੋਂ ਪਿਤਾ ਦੀਆਂ ਅਸਥੀਆਂ ਪਰਵਾਹ ਕੇ ਆ ਰਹੇ ਸਨ, ਉਦੋਂ ਇੱਕ ਵਾਕਿਆ ਵਰਤਿਆ, ਇੱਕ ਘਟਨਾ ਵਰਤੀ ਹੈ ਸ਼੍ਰੀ ਅਮਰਦਾਸ ਜੀ ਨਾਲ। ਇੱਕ ਫਕੀਰ ਨਾਲ ਮੁਲਾਕਾਤ ਹੁੰਦੀ, ਉਹਦਾ ਨਾਮ ਹੈ ਹਰਜੀ। ਤੇ ਸ਼੍ਰੀ ਅਮਰਦਾਸ ਜੀ ਨੇ ਜਦੋਂ ਉਹਨਾਂ ਕੋਲੋਂ ਬਾਣੀ ਗੁਰੂ ਨਾਨਕ ਦੀ ਸੁਣੀ ਨਾ, ਬਾਣੀ ਹਰਜੀ ਕੋਲੋਂ, ਤੇ ਪੁੱਛਿਆ ਇਹ ਜੋ ਕਲਾਮ ਕੋਈ ਮਾੜਾ ਲਕਬ ਨਾ ਸਮਝ ਬੈਠਣਾ। ਬਾਣੀ, ਬਚਨ, ਕਲਾਮ। ਕਹਿਣ ਲੱਗੇ ਸ਼੍ਰੀ ਅਮਰਦਾਸ ਜੀ, ਤੁਸੀਂ ਜੋ ਕਲਾਮ ਪੜ੍ਹ ਰਹੇ ਹੋ ਇਹ ਕਿਹਨਾਂ ਦਾ ਹੈ? ਹਰੀ ਜੀ ਕਹਿਣ ਲੱਗੇ ਮੇਰੇ ਗੁਰੂ ਹਨ ਸ੍ਰੀ ਚੰਦਰ ਜੀ, ਭਾਵ ਗੁਰੂ ਨਾਨਕ ਸਾਹਿਬ ਦੇ ਬੇਟੇ ਵੱਲ ਇਸ਼ਾਰਾ। ਇਹ ਫਕੀਰ ਕਹਿਣ ਲੱਗਾ ਮੈਂ ਚੇਲਾ ਹਾਂ ਗੁਰੂ ਨਾਨਕ ਦੇ ਪੁੱਤਰ ਸ੍ਰੀ ਚੰਦ ਦਾ, ਤੇ ਉਹਨਾਂ ਕੋਲੋਂ ਇਹ ਬਚਨ ਮੈਨੂੰ ਮਿਲੇ ਨੇ, ਉਹ ਮੈਂ ਪੜ੍ਹ ਰਿਹਾ। ਪੜ੍ਹ ਕੇ ਨਾ ਬੜਾ ਮਨ ਨੂੰ ਅੱਛਾ ਲੱਗਾ, ਸ਼ਾਂਤੀ ਮਹਿਸੂਸ ਹੋਈ ਹੈ, ਸਕੂਨ ਮਿਲਿਆ। ਤਾਂ ਸ਼੍ਰੀ ਅਮਰਦਾਸ ਜੀ ਨੇ ਪੁੱਛਿਆ, ਫਿਰ ਮਨ ਅੰਦਰ ਸੋਚਦੇ ਨੇ ਕਿ ਜਿਸ ਬਾਣੀ ਵਿੱਚ ਇੰਨਾ ਸੱਤ ਹੈ, ਉਹ ਜ਼ਾਹਰ ਉਹਨਾਂ ਦੀ ਰਸਨਾ ਤੋਂ ਨਿਕਲੀ ਬਾਣੀ ਇੰਨੀ ਮਿੱਠੀ ਹੈ, ਤੇ ਉਹਨਾਂ ਦਾ ਜੀਵਨ ਕਿਹੋ ਜਿਹਾ ਹੋਵੇਗਾ, ਮੈਂ ਉਹਨਾਂ ਦਾ ਦਰਸ਼ਨ ਕਰਨਾ ਚਾਹੁੰਦਾ। ਇਹ ਫਕੀਰ ਨੇ ਦੱਸਿਆ ਜ਼ਰੂਰ ਹਰਜੀ ਨੇ ਕਿ ਉਹ ਕਰਤਾਰਪੁਰ ਰਹਿੰਦੇ ਨੇ, ਤੇ ਉਦੋਂ ਗੁਰੂ ਨਾਨਕ ਸਾਹਿਬ ਨਹੀਂ ਜੀ ਜੀਵਤ ਸਨ ਅਜੇ। ਇਹ 33 ਦੀ ਗੱਲ ਹੈ, 1533 ਦੀ ਇਤਿਹਾਸ ਵਿੱਚ ਜ਼ਿਕਰ ਆਉਂਦਾ, ਕਿਉਂਕਿ ਗੁਰੂ ਨਾਨਕ ਸਾਹਿਬ 1539 ਵਿੱਚ ਜੋਤੀ ਜੋਤ ਸਮਾਏ, 6 ਵਰੇ ਬਾਅਦ ਵਿੱਚ। ਕਹਿਣ ਲੱਗੇ ਗੁਰੂ ਨਾਨਕ ਦੇ ਬਚਨ ਨੇ, ਔਰ ਇਹ ਬਚਨ ਸੁਣ ਕੇ ਜਦ ਸਕੂਨ ਮਿਲਿਆ, ਮਨ ਅੰਦਰ ਚਾਹ ਪੈਦਾ ਹੋਈ, ਤੇ ਜਦੋਂ ਘਰ ਆਏ ਦੇਖਿਆ ਵੰਡ ਵੰਡਾਈ ਪੈ ਗਈ ਜ਼ਿੰਮੇਵਾਰੀਆਂ, ਤੇ ਉਹ ਗੱਲ ਵਿਸਰ ਗਈ ਪਿਆਰਿਓ, ਵਿਸਰ ਗਈ। ਕੁਝ ਸਮਾਂ ਹੋਰ ਗੁਜ਼ਰਿਆ ਘਰ ਦੇ ਇਹਨਾਂ ਕੰਮ ਕਾਜਾਂ ਵਿੱਚ। ਇੱਕ ਦਿਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਬੇਟੀ, ਉਹ ਬੀਬੀ ਅਮਰੋ ਜੋ ਇਸ ਘਰ ਵਿੱਚ ਵਿਆਹ ਕੇ ਆਈ ਏ, ਭਾਈ ਬਾਬਾ ਜੱਸੂ ਦੀ ਬਹੂ ਘਰ ਵਾਲੀ, ਉਹ ਦੁੱਧ ਰਿੜਕ ਰਹੀ ਹੈ ਤੇ ਨਾਲ ਨਾਲ ਬਾਣੀ ਪੜ੍ਹ ਰਹੀ ਹੈ, ਗੁਰਬਾਣੀ।
ਕਿਉਂਕਿ ਗੁਰੂ ਪਿਤਾ ਦਾ ਹੁਕਮ ਸੀ ਕਿ ਬੇਟਾ ਸਵੇਰੇ ਸਵਖਤੇ ਕੀ ਪੜ੍ਹਨਾ? ਜਪਜੀ ਸਾਹਿਬ ਦਾ ਪਾਠ। ਜਪਜੀ ਗੁਰਸਿੱਖਾਂ ਦੇ ਪਾਸ ਸੀ ਉਦੋਂ। ਤੇ ਜੇ ਮੈਂ ਕਹਿ ਦੇਵਾਂ ਨਿਤਨੇਮ ਇੰਨਾ ਕੋਈ ਸੀ ਤੇ ਕੋਈ ਅਤ ਕਥਨੀ ਨਹੀਂ। ਗੁਰੂ ਦੇ ਸਿੱਖ ਜਪ ਦਾ ਹੀ ਪਾਠ ਕਰਦੇ ਸਨ ਉਦੋਂ। ਹੋਰ ਵੀ ਸ਼ਬਦ ਬਾਣੀ ਜਿੰਨੀ ਗੁਰੂ ਕੋਲੋਂ ਮਿਲਣੀ, ਬਾਰ-ਬਾਰ ਉਹ ਸ਼ਬਦ ਨੂੰ ਪੜ੍ਹੀ ਜਾਣਾ, ਇਹੀ ਨਿਤਨੇਮ ਨਿਤ ਦਾ ਨਿਯਮ ਹੁੰਦਾ ਸੀ। ਬੀਬੀ ਜੀ ਜਪ ਬਾਣੀ ਪੜ੍ਹ ਰਹੇ ਨੇ। ਸ਼੍ਰੀ ਅਮਰਦਾਸ ਜੀ ਦੇ ਕੰਨਾਂ ਵਿੱਚ ਆਵਾਜ਼ ਪਈ ਹੈ। ਇੱਕ ਮੈਂ ਬੇਨਤੀ ਕਰਾਂ, ਜਦੋਂ ਆ ਹਿਰਦਾ ਪਾਕ ਹੋਵੇ ਨਾ, ਹਿਰਦੇ ਪਾਕ ਦੇ ਵਿੱਚ ਪਾਕ ਬੋਲ ਜਦੋਂ ਆ ਕੇ ਕੰਨਾਂ ਦੇ ਰਾਹੀਂ ਸੁਣਦੇ, ਅਸੀਂ ਕੰਨਾਂ ਰਾਹੀਆਂ, ਤੇ ਭਾਈ ਗੁਰਦਾਸ ਦਾ ਬਚਨ ਮੇਰੇ ਜ਼ਿਹਨ ਵਿੱਚ ਆਇਆ, ਜੇ ਤੇ ਕੰਨ ਸੁਣ ਕੇ ਅੱਗੇ ਗਤੀ ਨਾ ਕਰਨ, ਇਹਨਾਂ ਬਚਨਾਂ ਨੂੰ ਕਿਤੇ ਅੱਗੇ ਨਾ ਪਹੁੰਚਾਵਨ, ਤੇ ਐਸੇ ਕੰਨਾਂ ਨੂੰ ਮਾਫ ਕਰਨਾ। ਭਾਈ ਗੁਰਦਾਸ ਨੇ ਲਾਹਨਤ ਦਿੱਤੀ ਹੈ। ਲਓ ਪੰਕਤੀ ਸਰਵਨ ਕਰ ਲਓ। ਤ੍ਰਿਗ ਸਰਵਨਨ ਗੁਰ ਉਪਦੇਸ਼ ਬਿਨ। ਸੁਣ ਲਿਆ ਤੇ ਸੁਣ ਸੁਰਤ ਨਾ ਧਰਨੀ। ਜਿਹੜੇ ਕੰਨ ਗੁਰੂ ਦੇ ਬਚਨਾਂ ਨੂੰ, ਸ਼ਬਦ ਨੂੰ ਸੁਣ ਕੇ ਅੱਗੇ ਸੁਰਤ ਤੱਕ ਨਹੀਂ ਪਹੁੰਚਾਉਂਦੇ, ਭਾਈ ਗੁਰਦਾਸ ਵਰਗੇ ਬ੍ਰਹਮ ਗਿਆਨੀ ਵੀ ਸੁਰਤ ਦੇ ਵਿੱਚ ਲੈ ਜਾਵੇ, ਉਹ ਹੈ ਸਰੋਤਾ। ਕੇਵਲ ਸੁਣਨ ਵਾਲਾ ਹੀ ਸਰੋਤਾ ਨਹੀਂ ਹੈ। ਜਿਹਨੇ ਇੱਕ ਕੰਨੀ ਸੁਣਿਆ ਤੇ ਦੂਜੇ ਕੰਨੀ ਕੱਢ ਦਿੱਤਾ, ਉਹਨੂੰ ਵੀ ਗੁਰਮਤਿ ਨੇ ਸਰੋਤਾ ਨਹੀਂ ਕਿਹਾ। ਖੈਰ, ਭਾਈ ਗੁਰਦਾਸ ਦਾ ਵੀ ਜ਼ਿਕਰ ਕਰਨਾ ਜ਼ਰੂਰੀ ਸੀ, ਕਿਉਂਕਿ ਗੁਰੂ ਅਮਰਦਾਸ ਜੀ ਦੇ ਛੋਟੇ ਭਰਾਤਾ ਈਸ਼ਰ ਦਾਸ ਦੇ ਇਹ ਬੇਟੇ ਨੇ। ਈਸ਼ਰ ਦਾਸ ਦੇ ਭਾਈ ਗੁਰਦਾਸ ਜੀ ਬੇਟੇ ਨੇ। ਇਸੇ ਘਰ ਵਿੱਚ ਹੀ ਜਨਮੇ ਨੇ। ਇਸੇ ਘਰ ਵਿੱਚ ਗੁਰੂ ਅੰਗਦ ਦੇਵ ਜੀ ਦੀ ਬੇਟੀ ਵਿਆਹ ਕੇ ਆਈ ਹੈ। ਬਾਣੀ ਪੜ੍ਹ ਰਹੀ ਹੈ, ਸਕੂਨ ਮਿਲਿਆ, ਸ਼ਾਂਤੀ ਮਿਲੀ ਹੈ। ਪਰ ਘਰ ਅੱਡ ਅੱਡ ਨੇ। ਇੰਨਾ ਸਕੂਨ ਮਿਲਿਆ ਕਿ ਹੁਣ ਤਾਂ ਇਹ ਭਰਾ ਦੀ ਦੀਵਾਰ ਨਾਲ ਲੱਗ ਕੇ ਭਰਾ ਦੀ ਨੂੰਹ ਦੇ ਕੋਲੋਂ ਪਾਠ ਸੁਣਦੇ ਨੇ। ਤੇ ਮੈਂ ਇੱਕ ਹੋਰ ਬੇਨਤੀ ਗਿਰਾਵਟ ਵਾਲੀ ਕਰ ਦੇਵਾਂ। ਨਗਰ ਦੇ ਲੋਕਾਂ ਦੀ ਆਦਤ ਹੁੰਦੀ ਹੈ ਕਿ ਵੱਖ-ਵੱਖ ਹੋ ਗਏ ਨੇ। ਪਤਾ ਨਹੀਂ ਸ਼੍ਰੀ ਅਮਰਦਾਸ ਕਿਸੇ ਨੇ ਦੇਖ ਲਿਆ ਹੋਏਗਾ, ਭਰਾ ਦੀ ਦੀਵਾਰ ਦੇ ਨਾਲ ਲੱਗ ਕੇ ਅੰਦਰੋਂ ਕੀ ਸੁਣਦੇ ਨੇ। ਇਹ ਅੱਜ ਹੀ ਨਹੀਂ, ਇਹ ਆਦਤ ਅਸਾਂ ਲੋਕਾਂ ਦੀ, ਨਗਰ ਦੇ ਲੋਕਾਂ ਦੀ ਹੀ ਨਹੀਂ, ਸਾਰੀ ਦੁਨੀਆ ਦੀ ਇਹ ਆਦਤ ਬਣ ਚੁੱਕੀ ਹੈ। ਜਿਹੜਾ ਬੰਦਾ ਹੱਕ ਤੇ ਸੱਚ ਨਾਲੋਂ ਟੁੱਟਾ, ਗੁਰਬਾਣੀ ਨਾਲੋਂ ਟੁੱਟਾ, ਪਰਮੇਸ਼ਰ ਨਾਲੋਂ ਟੁੱਟਾ ਹੋਇਆ, ਉਹਦਾ ਨਿੱਤ ਦਾ ਹੀ ਇਹ ਕੰਮ ਹੈ। ਉਹ ਨਿੰਦਿਆ ਤੇ ਦੂਜੇ ਦਾ ਆਪ ਜਸ ਕਰਨਾ, ਤੇ ਨਿੰਦਿਆ ਸੁਣਨੀ ਤੇ ਨਿੰਦਿਆ ਕਰਨੀ, ਇਹ ਤੇ ਆਮ ਹੀ ਲੋਕਾਂ ਦੇ ਵਿੱਚ ਪ੍ਰਚਲਿਤ ਗੱਲ ਹੈ। ਗੁਰੂ ਕੇ ਪਿਆਰਿਓ, ਪਰ ਸ਼੍ਰੀ ਅਮਰਦਾਸ ਜੀ ਦੇ ਜ਼ਿਹਨ ਵਿੱਚ ਕਹਿ ਲਓ, ਉਹਨਾਂ ਦੇ ਅੰਦਰ ਕੋਈ ਐਸੀ ਵਿਚਾਰ ਨਹੀਂ ਹੈ। ਉਹ ਤੇ ਗੁਰਬਾਣੀ ਸੁਣ ਰਹੇ ਨੇ। ਆਖਰਕਾਰ ਸਾਹਿਤਕਾਰ ਲਿਖਦਾ ਕਿ ਛੋਟੀ ਭਰਜਾਈ ਨੂੰ ਕਿਸੇ ਨੇ ਕਹਿ ਹੀ ਦਿੱਤਾ ਕਿ ਸਵੇਰੇ ਜਦ ਤੁਹਾਡੀ ਨੂੰਹ ਦੁੱਧ ਰਿੜਕਦੀ ਏ ਤੇ ਦੀਵਾਰ ਨਾਲ ਲੱਗ ਕੇ ਤੇਰਾ ਜੇਠ ਪਤਾ ਨਹੀਂ ਕੀ ਸੁਣਦਾ ਰਹਿੰਦਾ। ਇੱਕ ਦਿਨ ਉਹਨਾਂ ਨੇ ਦੇਖ ਲਿਆ, ਕਿਉਂਕਿ ਆਪਸ ਵਿੱਚ ਪ੍ਰੇਮ ਬੜਾ ਇਸ ਪਰਿਵਾਰ ਦਾ, ਕਦੇ ਉੱਚਾ ਨਹੀਂ ਕੋਈ ਬੋਲਿਆ। ਅਲੱਗ ਜ਼ਰੂਰ ਹੋ ਗਏ ਨੇ, ਇਤਫਾਕ ਬਹੁਤ ਹੈ, ਸਤਿਕਾਰ ਜ਼ਰੂਰ ਇੱਕ ਦੂਜੇ ਦਾ। ਪ੍ਰਾਚੀਨ ਸਮੇਂ ਅੰਦਰ ਵੈਸੇ ਹੀ ਸਤਿਕਾਰ ਹੁੰਦਾ ਸੀ ਪਰਿਵਾਰਾਂ ਵਿੱਚ, ਅਲੱਗ ਹੋ ਜਾਣਾ ਇੱਕ ਅਲੱਗ ਗੱਲ ਹੈ। ਇੱਦਾਂ ਹੀ ਕਿਹਾ, ਵੀਰ ਜੀ ਤੁਸੀਂ ਕੀ ਸੁਣ ਰਹੇ ਹੋ, ਲੋਕ ਗੱਲਾਂ ਕਰਦੇ। ਉਦੋਂ ਚਲੇ ਗਏ ਜਦ ਕਿਹਾ ਲੋਕ ਗੱਲਾਂ ਕਰਦੇ ਨੇ। ਦਿਨ ਵੇਲੇ ਸਮਾਂ ਪਾ ਕੇ ਆਏ ਤੇ ਕਿਹਾ, ਹੱਥ ਜੁੜੇ ਹੋਏ ਨੇ, ਸਿਰ ਝੁਕਿਆ ਹੋਇਆ। ਤੇ ਛੋਟੀ ਭਰਜਾਈ ਏ, ਉਹਨਾਂ ਨੇ ਕਿਹਾ ਤੁਸੀਂ ਹੱਥ ਕਿਉਂ ਜੋੜ ਰਹੇ ਹੋ ਤੇ ਸਿਰ ਕਿਉਂ ਝੁਕਾ ਰਹੇ ਹੋ? ਜੇ ਤੁਸਾਂ ਨੇ ਇਸ ਮੇਰੇ ਕਹਿਣ ਦਾ ਕੋਈ ਗਿਲਾ ਸ਼ਿਕਵਾ ਰੱਖਿਆ ਨਾ, ਤੇ ਕਹਿਣ ਲੱਗੇ ਮੈਨੂੰ ਮਾਫ ਕਰ ਦਿਓ। ਇਹ ਸਲੀਕਾ ਹੁੰਦਾ ਸੀ ਉਦੋਂ। ਮੈਂ ਛੋਟੀਆਂ, ਤੁਹਾਡੀ ਪੁੱਤਰੀਆਂ ਸਮਾਨ ਆ, ਤੇ ਮੇਰੇ ਸਨਮੁਖ ਤੁਸੀਂ ਹੱਥ ਨਾ ਜੋੜੋ। ਕਹਿਣ ਲੱਗੇ ਨਹੀਂ, ਮੈਂ ਜੋ ਕਹਿਣ ਲੱਗਾ ਧਿਆਨ ਨਾਲ ਸੁਣੋ।
ਮੈਂ ਤੁਹਾਡੇ ਘਰ ਦੀਆਂ ਗ੍ਰਸਤ ਦੀਆਂ ਬਾਹਰ ਗੱਲਾਂ ਨਹੀਂ ਸੁਣਦਾ। ਇਹ ਮਨ ਵਿੱਚ ਭਰਮ ਨਾ ਰੱਖਣਾ। ਛੋਟੀ ਭਰਜਾਈ ਕਹਿਣ ਲੱਗੀ, ਵੀਰ ਜੀ ਮੈਨੂੰ ਇਸ ਗੱਲ ਦਾ ਇਲਮ ਹੈ, ਗਿਆਨ ਹੈ ਕਿ ਤੁਹਾਡੇ ਵਿੱਚ ਕੋਈ ਕਮੀ ਨਹੀਂ, ਗੱਲ ਕੋਈ ਹੋਰ ਹੈ। ਉਹ ਕੀ ਹੈ? ਸ਼੍ਰੀ ਅਮਰਦਾਸ ਜੀ ਕਹਿਣ ਲੱਗੇ, ਇਹ ਜੋ ਬੱਚੀ ਅੰਮ੍ਰਿਤ ਵੇਲੇ ਪੜ੍ਹਦੀ ਹੈ ਨਾ ਬਾਣੀ, ਕਲਾਮ ਉਚਾਰਨ ਕਰਦੀ ਏ, ਮੈਨੂੰ ਉਹਦੀ ਖਿੱਚ ਹੈ, ਮੈਂ ਉਹ ਸੁਣਨਾ ਚਾਹੁੰਦਾ। ਖੈਰ ਪਰਿਵਾਰਕ ਮਸਲਾ ਸੀ। ਭਰਜਾਈ ਨੇ ਕਿਹਾ, ਵੀਰ ਜੀ ਤੁਸੀਂ ਅੰਦਰ ਹੀ ਆ ਜਾਇਆ ਕਰੋ, ਬਾਹਰ ਕਿਉਂ ਖੜਦੇ ਹੋ? ਤੁਹਾਡੀ ਵੀ ਬੱਚੀ ਹੈ, ਤੁਹਾਡੀ ਵੀ ਬਹੂ ਹੈ, ਮੇਰੀ ਵੀ ਬਹੂ ਹੈ। ਬਹੂ ਨੂੰ ਲੋਕ ਜ਼ਿਆਦਾਤਰ ਉਦੋਂ ਬੇਟੀ ਸਮਾਨ ਸਮਝਦੇ ਸਨ, ਬੇਟੀ ਸਮਾਨ, ਕਿ ਦੂਜੇ ਘਰੋਂ ਆਈ ਹੈ ਸਾਡੀ ਬੇਟੀ। ਖੈਰ ਕੁਝ ਦਿਨ ਇਹ ਸਿਲਸਿਲਾ ਚੱਲਦਾ ਰਿਹਾ। ਆਖਰ ਇੱਕ ਦਿਨ ਹੁਣ ਜਿਹੜੀ ਇਹ ਗੱਲ ਆਪਾਂ ਕਰ ਸਕਦੇ ਹਾਂ ਕਿ ਜਦੋਂ ਆਹ ਸਮਾਂ ਆ ਗਿਆ ਨਾ, ਸੁਣਦੇ ਹਾਂ, ਉਦੋਂ ਗੁਰੂ ਨਾਨਕ ਸਾਹਿਬ ਜੋਤੀ ਜੋਤ ਸਮਾ ਗਏ ਨੇ। ਕਿਉਂਕਿ ਹੁਣ ਅਸੀਂ ਗੱਲ ਕਰਨ ਲੱਗੇ ਹਾਂ 1540 ਦੀ। ਉਦੋਂ ਗੁਰੂ ਦੇ ਤਖਤ ਤੇ ਧੰਨ ਗੁਰੂ ਅੰਗਦ ਦੇਵ ਜੀ ਬੈਠ ਗਏ ਹੋਏ ਸਨ ਤੇ ਬੜੀ ਨਿਮਰਤਾ ਨਾਲ ਮਿੱਠੇ ਬੋਲਾਂ ਵਿੱਚ ਸ਼੍ਰੀ ਅਮਰਦਾਸ ਕਹਿਣ ਲੱਗੇ, ਬੇਟੀ ਜਿਨ੍ਹਾਂ ਦੀ ਆ ਤੂੰ ਬਾਣੀ ਪੜ੍ਹਦੀ, ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ। ਕਿਉਂਕਿ ਤਾਂਘ ਉਦੋਂ ਲੱਗੀ ਸੀ, ਆਪਨੇ ਸਾਖੀ ਸੁਣੀ ਹੋਏਗੀ, ਜਦੋਂ ਇੱਕ ਬੈਰਾਗੀ ਨੇ ਕਹਿ ਦਿੱਤਾ ਸੀ ਕਿ ਤੂੰ ਤੇ ਨਿਗੁਰਾ ਹੋਣ ਦਾ ਹੀ ਮਨ ਨੂੰ ਇਹ ਬੋਲ ਜਿਹੜਾ ਸੀ ਟੁੰਬ ਗਿਆ ਸੀ, ਠੋਕਰ ਵੱਜ ਗਈ ਸੀ ਤੇ ਗੁਰੂ ਦੀ ਭਾਲ ਵਿੱਚ ਨੇ। ਹੁਣ ਇਹ ਸ਼ਬਦ ਸੁਣ ਕੇ ਅੰਦਰੋਂ ਸਕੂਨ ਮਿਲਦਾ ਨਾ, ਜਦੋਂ ਕਹਿਣ ਲੱਗੇ, ਬੇਟੀ ਮੈਂ ਮਿਲਣਾ ਚਾਹੁੰਦਾ। ਕੋਈ ਗੱਲ ਨਹੀਂ ਪਿਤਾ ਜੀ, ਮੈਂ ਜਦੋਂ ਵੀ ਜਾਵਾਂਗੀ ਤੁਹਾਨੂੰ ਨਾਲ ਲੈ ਜਾਵਾਂਗੀ, ਪਰ ਮੈਨੂੰ ਪਿਤਾ ਜੀ ਕੋਲੋਂ ਪਹਿਲਾਂ ਪੁੱਛਣਾ ਹੋਵੇਗਾ। ਉਹਨਾਂ ਨੇ ਕਿਹਾ ਕਿ ਬਿਨਾਂ ਦੱਸਣ ਤੋਂ ਨਹੀਂ ਆਉਣਾ ਤੇ ਉਹਨਾਂ ਨੂੰ ਖਬਰ ਦੇਣ ਤੋਂ ਬਿਨਾਂ ਮੈਂ ਨਹੀਂ ਜਾ ਸਕਦਾ। ਇਹ ਮੇਰੇ ਬਾਪੂ ਦਾ, ਮੇਰੇ ਪਿਤਾ ਦਾ ਹੁਕਮ ਹੈ ਮੈਨੂੰ। ਠੀਕ ਹੈ ਬੇਟਾ। ਕੁਝ ਸਮੇਂ ਬਾਅਦ ਜਦ ਉਹਨਾਂ ਨੇ ਜਾਣਾ, ਇੱਕ ਦਿਨ ਪਹਿਲਾਂ ਹੀ ਕਿਹਾ, ਪਿਤਾ ਜੀ ਕੱਲ ਨੂੰ ਮੈਂ ਜਾਣਾ ਤੇ ਸਵੇਰੇ ਸਵਖਤੇ ਜਾਣਾ, ਤੁਸੀਂ ਤਿਆਰ ਹੋ? ਤੇ ਪਹਿਲਾਂ ਹੀ ਤਿਆਰ ਸਨ। ਉਹਨਾਂ ਨੇ ਕੋਈ ਸਜਣਾ ਸਵਰਨਾ ਨਹੀਂ ਹੈ। ਜਿਨ੍ਹਾਂ ਨੂੰ ਇਹ ਖਿੱਚ ਹੁੰਦੀ, ਉਹ ਸਰੀਰ ਦੀ ਸਜਾਵਟ ਤੋਂ ਬੜੇ ਪਰੇ ਹੁੰਦੇ ਨੇ। ਚੱਲ ਪਏ ਤੇ ਗੁਰੂ ਹਜ਼ੂਰੀ ਵਿੱਚ ਜਦੋਂ ਖੰਡੂਰ ਸਾਹਿਬ ਪਹੁੰਚੇ ਨੇ ਨਾ, ਤੇ ਬੀਬੀ ਅਮਰੋ ਨੇ ਕਿਹਾ, ਤੁਸੀਂ ਇੱਥੇ ਠਹਿਰੋ, ਮੈਂ ਪਹਿਲਾਂ ਗੁਰੂ ਪਿਤਾ ਨੂੰ ਮਿਲਾਵਾਂ। ਗਏ ਤੇ ਸਤਿਗੁਰਾਂ ਨੇ ਬਚਨ ਕੀਤਾ, ਬੇਟੀ ਜਿਹਨੂੰ ਨਾਲ ਲੈ ਕੇ ਆਈ ਉਹਨੂੰ ਬਾਹਰ ਕਿਉਂ ਖਿਲਾਰ ਆਈ, ਉਹਨੂੰ ਵੀ ਅੰਦਰ ਲੈ ਆ। ਅੰਦਰ ਬੈਠਿਆਂ ਹੀ ਗੁਰੂ ਸਾਹਿਬ ਨੇ ਦੱਸ ਦਿੱਤਾ ਵੀ ਉਹਨਾਂ ਨੂੰ ਕਿਉਂ ਉੱਥੇ ਬਾਹਰ ਖੜਾ ਕਰਾਂਗੇ, ਅਸੀਂ ਜਾਣਦੇ ਹਾਂ, ਸਾਨੂੰ ਪਤਾ ਹੈ। ਤਤਕਾਲ ਗਏ ਤੋ ਜਾ ਕੇ ਕਿਹਾ, ਪਿਤਾ ਜੀ ਆਓ, ਲੈ ਗਏ। ਹੁਣ ਇਹ ਹੈ ਕੁੜਮਾਚਾਰੀ। ਦੇਖੋ ਸਾਹਮਣੇ ਜਿਹੜਾ ਮੇਲ ਹੋ ਰਿਹਾ, ਗੁਰ ਦੀਖਿਆ ਤੇ ਲਈ ਕੋਈ ਨਹੀਂ ਅਜੇ। ਸ਼੍ਰੀ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਅਜੇ ਮੰਨਦੇ ਨਹੀਂ ਸਨ। ਉਦੋਂ ਪਹਿਲਾਂ ਕੁੜਮਾਚਾਰੀ ਸੀ ਤੇ ਇਹ ਪਹਿਲਾ ਮਿਲਾਪ ਹੈ ਪਿਆਰਿਓ, ਪਹਿਲੀ ਮਿਲਣੀ। ਸਤਿਗੁਰੂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਿਲਣਾ ਚਾਹੁੰਦੇ ਨੇ ਗਲਵੱਕੜੀ ਪਾ ਕੇ, ਪਰ ਇਹਨੇ ਨੂੰ ਸ਼੍ਰੀ ਅਮਰਦਾਸ ਚਰਨਾਂ ਤੇ ਠਹਿ ਪਏ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸ਼੍ਰੀ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਤੇ ਸਿਰ ਰੱਖ ਦਿੱਤਾ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੇ ਸੀਸ ਬੜੇ ਪਿਆਰ ਨਾਲ ਦੋਨਾਂ ਹੱਥਾਂ ਨਾਲ ਉਠਾਇਆ। ਮੈਂ ਇੱਥੇ ਇੱਕ ਬੇਨਤੀ ਕਰਨੀ ਚਾਹੁੰਦਾ, ਅੱਜ ਵੀ ਅਸੀਂ ਗੁਰੂ ਕੋਲ ਆਉਂਦੇ ਹਾਂ ਨਾ, ਗੁਰੂ ਸਾਡੀ ਨਾ ਜੇਬ ਦੇਖਦਾ, ਨਾ ਸਾਡੇ ਕੱਪੜੇ ਦੇਖਦਾ। ਗੁਰੂ ਇਹ ਨਹੀਂ ਦੇਖਦਾ ਕਿ ਇਹਦੀ ਜੇਬ ਵਿੱਚ ਕੀ, ਇਹਦੇ ਕੱਪੜੇ ਕਿਹੋ ਜਿਹੇ ਨੇ, ਇਹਦਾ ਪਹਿਰਾਵਾ ਕਿਹੋ ਜਿਹਾ, ਇਹਦਾ ਭੇਖ ਕਿਹੋ ਜਿਹਾ। ਗੁਰੂ ਇਹ ਦੇਖਦਾ ਕਿ ਆਉਣ ਵਾਲੇ ਦੇ ਹਿਰਦੇ ਦੀ ਭਾਵਨਾ ਕੀ ਹੈ। ਗੁਰੂ ਇੱਕੋ ਹੀ ਚੀਜ਼ ਦੇਖਦਾ, ਭਾਵਨਾ।
ਹੁਣ ਸਤਿਗੁਰਾਂ ਨੇ ਦੇਖ ਲਿਆ ਕਿ ਸ੍ਰੀ ਅਮਰਦਾਸ ਦੇ ਹਿਰਦੇ ਵਿੱਚ ਕੁੜਮਾਚਾਰੀ ਦੀ ਕੋਈ ਭਾਵਨਾ ਨਹੀਂ ਹੈ। ਇਹ ਕੁੜਮ ਬਣ ਕੇ ਨਹੀਂ ਆਇਆ ਤੇ ਸੇਵਕ ਬਣ ਕੇ ਆਇਆ। ਫਿਰ ਵੀ ਗੁਰੂ ਅੰਗਦ ਦੇਵ ਜੀ ਨੇ ਗਲਵੱਕੜੀ ਪਾਲੀ ਤੇ ਕਿੰਨੀ ਦੇਰ ਗਲਵੱਕੜੀ ਸਾਹਿਤਕਾਰ ਲਿਖਦਾ ਪਈ ਰਹੀ, ਕਿੰਨੀ ਦੇਰ। ਗਲਵੱਕੜੀ ਜਦੋਂ ਛੁੱਟੀ ਹੈ ਤੇ ਇੱਕ ਭੱਟ ਨੇ ਬੜਾ ਸੁੰਦਰ ਲਿਖਿਆ। ਜਿਨ੍ਹਾਂ ਭੱਟਾਂ ਦੀ ਬਾਣੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਭੱਟ ਨੇ ਕਿੰਨੇ ਸੁੰਦਰ ਬਚਨ ਇਸ ਮਿਲਾਪ ਦੇ ਲਈ ਲਿਖੇ, ਜਦੋਂ ਗੁਰੂ ਨੂੰ ਮਿਲਿਆ ਜਾਂ ਸੇਵਕ ਗੁਰੂ ਨੂੰ ਮਿਲਿਆ। ਵੈਸੇ ਵੀ ਜਦੋਂ ਗੁਰੂ ਪਸੀਜਦਾ ਨਾ, ਗੁਰੂ ਪ੍ਰਸੰਨ ਹੁੰਦਾ ਤੇ ਉਹ ਸਿਰ ਤੇ ਜਾਂ ਕੰਡ ਤੇ ਹੱਥ ਰੱਖ ਦੇਵੇ ਤੇ ਗੁਰੂ ਆਪਣੀ ਮੌਜ ਵਿੱਚ ਇੱਕ ਦਾਤ ਦਿੰਦਾ ਜੋ ਦੁਨੀਆ ਵਿੱਚ ਕਿਤੋਂ ਨਹੀਂ ਮਿਲਦੀ। ਅੰਦਾਜ਼ਾ ਲਾਓ ਕਿਹੜੀ ਦਾਤ ਹੋਏਗੀ ਜਦੋਂ ਗੁਰੂ ਕਿਸੇ ਦੇ ਪ੍ਰਸੰਨ ਹੋਵੇ। ਗੁਰੂ ਵੀ ਉਹ ਜਿਹੜਾ ਕੱਚਾ ਨਹੀਂ, ਸਮਰੱਥਾ ਵਾਲਾ ਸੱਚਾ ਸਤਿਗੁਰੂ। ਸਮਰੱਥ ਗੁਰੂ ਸਿਰ ਹੱਥ ਧਰਿਓ। ਇੱਥੇ ਤੇ ਸਿਰ ਤੇ ਹੱਥ ਨਹੀਂ, ਗਲਵੱਕੜੀ ਪੈ ਗਈ ਹੈ, ਸੀਨੇ ਨਾਲ ਸੀਨਾ ਲੱਗ ਗਿਆ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ। ਅੰਦਾਜ਼ਾ ਲਾਓ ਗੁਰੂ ਅੰਗਦ ਦੇਵ ਜੀ ਨੇ ਕਿੰਨੀ ਕਿਰਪਾ ਕੀਤੀ ਹੋਗੀ। ਇਹ ਵੀ ਜਾਣਦੇ ਨੇ ਕਿ ਆਉਣ ਵਾਲੇ ਸਮੇਂ ਵਿੱਚ ਇਸ ਤਖਤ ਤੇ ਗੁਰੂ ਅਣਜਾਣ ਨਹੀਂ ਹੈ। ਅਗਰ ਗੁਰੂ ਨਾਨਕ ਸਾਹਿਬ ਭਾਈ ਲਹਿਣੇ ਦੀ ਵਾਗ ਫੜ ਕੇ ਘੋੜੇ ਦੀ ਲਿਜਾ ਰਹੇ ਨੇ ਤੇ ਉੱਥੇ ਜਾ ਕੇ ਡੇਰੇ ਕਰਤਾਰਪੁਰ ਸ਼ੰਕਾ ਕੱਢ ਰਹੇ ਨੇ, ਸ਼ੰਕਾ ਨਾ ਕਰੋ, ਤੁਸੀਂ ਲਹਿਣਾ ਤੇ ਅਸੀਂ ਪਹਿਲਾਂ ਜਾਣਦੇ ਨੇ। ਮੈਂ ਤੇ ਉਡੀਕ ਰਿਹਾ ਸੀ ਆ, ਇਹ ਤੇਰੀ ਹੈ, ਤੈਨੂੰ ਦੇਣੀ ਸੀ। ਮੈਨੂੰ ਐਸਾ ਅਨੁਭਵ ਹੋ ਰਿਹਾ ਕਿ ਗਲਵੱਕੜੀ ਜਿਹੜੀ ਪੈ ਗਈ, ਕੰਡ ਤੇ ਹੱਥ ਰੱਖ ਦਿੱਤਾ ਨਾ ਗੁਰੂ ਨੇ, ਤੇ ਗੁਰੂ ਸਾਹਿਬ ਜਾਣਦੇ ਨੇ ਕਿ ਅਗਲੇ ਉੱਤਰ ਅਧਿਕਾਰੀ ਇਹੀ ਨੇ, ਇਹੀ ਨੇ। ਖੈਰ, ਮੈਂ ਜੋ ਬੇਨਤੀ ਕਰਿਆ ਸੀ, ਗੁਰਮਤਿ ਗੁਰਵਾਕ ਹੈ, ਸਮਰੱਥਾ ਵਾਲਾ ਗੁਰੂ ਹੱਥ ਰੱਖਦਾ ਜਦੋਂ ਤੇ ਕੀ ਦਿੰਦਾ ਜੀ? ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ। ਜਿਹਦੇ ਉੱਤੇ ਗੁਰੂ ਨੇ ਕਿਰਪਾ ਕਰ ਦਿੱਤੀ, ਹਰ ਨਾਮ ਦਿਓ। ਕੀ ਦਿੱਤਾ? ਹਰ ਨਾਮ। ਅੱਜ ਜੇ ਨਾਮ ਲੈਣਾ ਹੋਵੇ, ਇਹ ਵਿਚਾਰਾਂ ਬੜੀਆਂ ਜ਼ਰੂਰੀ ਨੇ ਪਿਆਰਿਓ। ਅੱਜ ਜੇ ਗੁਰੂ ਕੋਲੋਂ ਨਾਮ ਲੈਣਾ ਹੋਵੇ ਤਾਂ ਕੀ ਕਰੀਏ? ਕਿੱਥੇ ਹੈ? ਕਿੱਥੋਂ ਲਈਏ? ਸ਼ਬਦ ਗੁਰੂ ਹੈ ਪਿਆਰਿਓ, ਸ਼ਬਦ ਤੋਂ ਬਾਹਰ ਨਾ ਜਾਓ। ਸ਼ਬਦ ਤੋਂ ਬਾਹਰ ਜਾਵਾਂਗੇ ਤੇ ਕੇਵਲ ਕਹਾਣੀਆਂ ਨਾਲ ਜੁੜ ਜਾਵਾਂਗੇ, ਸ਼ਬਦ ਨਾਲ ਜੁੜੀਏ। ਲਓ, ਮੇਰਾ ਇਹ ਪ੍ਰਕਰਨ ਤਾਂ ਨਹੀਂ, ਪਰ ਹੈ ਵੀ, ਕਿਉਂਕਿ ਅਸੀਂ ਵਿਚਾਰਾਂ ਕਰਨ ਲਈ ਬੈਠੇ ਹਾਂ। ਸਤਿਗੁਰਾਂ ਦਾ ਬਚਨ ਹੈ, ਜਿਸ ਕਾ ਗ੍ਰਹਿ। ਗ੍ਰਹਿ ਕਿਹਨੂੰ ਕਹਿੰਦੇ ਜੀ? ਘਰ ਨੂੰ। ਇਹ ਘਰ ਕਿਹਦਾ? ਅਸੀਂ ਇਹਨੂੰ ਕਹਿੰਦੇ ਆ ਗੁਰੂ ਘਰ ਜਾਂ ਗੁਰਦੁਆਰਾ, ਮਤਲਬ ਗੁਰੂ ਦਾ ਘਰ। ਗੁਰੂ ਨੂੰ ਪੁੱਛੋ ਕਿ ਸਤਿਗੁਰੂ ਇਹ ਤੁਹਾਡਾ ਘਰ ਹੈ, ਗੁਰੂ ਕਹੇਗਾ ਨਹੀਂ, ਇਹ ਰੱਬ ਦਾ ਘਰ ਹੈ, ਮੇਰਾ ਨਹੀਂ ਹੈ, ਪਰਮੇਸ਼ਰ ਦਾ ਘਰ ਹੈ। ਕਿਉਂਕਿ ਇੱਥੇ ਪਰਮੇਸ਼ਰ ਦੀ ਸਿਫਤ ਹੁੰਦੀ ਹੈ, ਪਰਮੇਸ਼ਰ ਦਾ ਘਰ ਹੈ, ਰੱਬ ਦਾ ਘਰ ਹੈ। ਲੋ, ਤੇ ਬਾਣੀ ਵਿੱਚ ਬਚਨ ਆਏ, ਜਿਸ ਕਾ ਗ੍ਰਹਿ, ਜਿਸ ਕਾ, ਜਿਸ ਦਾ ਇੱਕ ਘਰ ਹੈ, ਤਿੰਨ ਦੀਆ ਤਾਲਾ। ਹੁਣ ਦੇਖੋ, ਮੈਂ ਕਈ ਵਾਰੀ ਬੇਨਤੀ ਕਰਦਾ, ਤਾਲੇ ਇੱਥੇ ਲੱਗੇ ਨੇ ਦੋ। ਇੱਕ ਅਸੀਂ ਲਾਏ ਨੇ, ਮਨੁੱਖਾਂ ਨੇ, ਸੇਵਾਦਾਰਾਂ ਨੇ, ਸੇਵਕਾਂ ਨੇ। ਇੱਕ ਗੁਰੂ ਨੇ ਲਗਾਇਆ, ਇੱਕ ਪਰਮੇਸ਼ਰ ਨੇ ਲਗਾਇਆ, ਮਾਫ ਕਰਨਾ, ਇੱਕ ਤਾਲਾ ਪਰਮੇਸ਼ਰ ਨੇ ਲਗਾਇਆ। ਪਰ ਜਿਹੜਾ ਪਰਮੇਸ਼ਰ ਨੇ ਤਾਲਾ ਲਗਾਇਆ ਉਹਦਾ ਸਾਨੂੰ ਬੋਧ ਹੈ ਨਹੀਂ, ਗਿਆਨ ਕੋਈ ਨਹੀਂ। ਉਹ ਤਾਲਾ ਅਸੀਂ ਕਦੀ ਦੇਖਿਆ ਵੀ ਨਹੀਂ ਹੈ। ਉਹ ਤਾਲਾ ਅਸੀਂ, ਕਿਉਂਕਿ ਨਜ਼ਰ ਹੀ ਨਹੀਂ ਆਉਂਦਾ, ਤਾਲਾ ਵੀ ਨਹੀਂ ਦੇਖਿਆ, ਤੇ ਉਹਦੀ ਚਾਬੀ ਕਿੱਥੇ ਹੈ, ਚਾਬੀ ਦਾ ਵੀ ਪਤਾ ਨਹੀਂ। ਪਰ ਬਾਣੀ ਕਹਿ ਰਹੀ ਹੈ, ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ।
ਇਹ ਜਿਹਦਾ ਘਰ ਹੈ ਵਾਹਿਗੁਰੂ ਪਰਮਾਤਮਾ ਦਾ, ਉਹਨੇ ਇੱਕ ਖਜ਼ਾਨੇ ਨੂੰ ਤਾਲਾ ਲਾਇਆ ਹੋਇਆ ਹੈ, ਜਿਹਦਾ ਆਪਣਾ ਖਜ਼ਾਨਾ ਉਹ। ਹੁਣੇ ਮੈਂ ਬੇਨਤੀ ਕੀਤੀ ਨਾ, ਸਮਰੱਥਾ ਵਾਲਾ ਗੁਰੂ ਜਦੋਂ ਸਿਰ ਤੇ ਹੱਥ ਰੱਖਦਾ ਤਾਂ ਕੀ ਦਿੰਦਾ ਉਹਨੂੰ? ਖਜ਼ਾਨੇ ਵਿੱਚੋਂ ਨਾਮ ਦੀ ਦਾਤ ਦਿੰਦਾ। ਨਾਮ ਦਾ ਵੀ ਖਜ਼ਾਨਾ ਇੱਥੇ ਹੀ ਹੈ, ਪਰ ਉਹ ਅਸੀਂ ਖਜ਼ਾਨਾ ਵੀ ਨਹੀਂ ਪਤਾ ਸਾਨੂੰ ਕਿੱਥੇ ਹੈ, ਤਾਲਾ ਵੀ ਪਤਾ ਨਹੀਂ ਕਿਹੜਾ ਲੱਗਾ, ਤੇ ਚਾਬੀ ਵੀ ਪਤਾ ਨਹੀਂ। ਹੁਣ ਬਾਣੀ ਪੜਾਂਗੇ ਤੇ ਸਭ ਪਤਾ ਲੱਗ ਜਾਏਗਾ, ਭੇਤ ਖੁੱਲ ਜਾਏਗਾ। ਜਿਸ ਕਾ ਗ੍ਰਹਿ ਤਿਨ ਦੀਆ ਤਾਲਾ ਕੁੰਜੀ, ਕਿਸੇ ਮਨੁੱਖ ਦੀ ਗੱਲ ਨਹੀਂ ਹੈ। ਕੁੰਜੀ ਕਿੱਥੇ ਹੈ ਸਤਿਗੁਰੂ? ਕੁੰਜੀ ਗੁਰ ਸੌਂਪਾਈ। ਮਾਲਕ ਵਾਹਿਗੁਰੂ ਨੇ ਨਾਮ ਦੇ ਖਜ਼ਾਨੇ ਨੂੰ ਤਾਲਾ ਲਗਾ ਕੇ ਕੁੰਜੀ ਕਿਹਨੂੰ ਦਿੱਤੀ? ਬੋਲੋ ਪਿਆਰਿਓ, ਗੁਰੂ ਨੂੰ ਦੇ ਦਿੱਤੀ ਹੈ। ਗੁਰੂ ਕੋਲ ਹੈ ਚਾਬੀ ਨਾਮ ਦੀ, ਤੇ ਸਮਰੱਥਾ ਵਾਲਾ ਗੁਰੂ ਜਦੋਂ ਸਿਰ ਤੇ ਹੱਥ ਰੱਖ ਦਿੰਦਾ ਪਿਆਰਿਓ, ਫਿਰ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਨਾਮ ਦੀ ਦਾਤ। ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਨੇ ਆ ਪਹਿਲੀ ਮਿਲਣੀ ਦੇ ਵਿੱਚ ਹੀ, ਮਿਲੇ ਤੇ ਪਹਿਲਾਂ ਵੀ ਹੋਣਗੇ ਕਿਉਂਕਿ ਬੇਟੀ ਦੀ ਸ਼ਾਦੀ ਹੋਈ ਉੱਥੇ, ਪਰ ਇਹ ਮਿਲਾਪ ਵਿਲੱਖਣ ਹੈ, ਅਲੱਗ ਹੈ ਪਿਆਰਿਓ। ਉਹ ਮਿਲਣਾ ਤੇ ਇਹ ਮਿਲਣ ਵਿੱਚ ਬੜਾ ਅੰਤਰ ਹੈ, ਜ਼ਮੀਨ ਅਸਮਾਨ ਦਾ ਫਰਕ ਹੈ। ਉਦੋਂ ਕੁੜਮਾਚਾਰੀ ਦੇ ਤੌਰ ਤੇ ਮੇਲ ਹੋਇਆ ਸੀ, ਤੇ ਹੁਣ ਸੇਵਕ ਤੇ ਸਿੱਖ ਦਾ ਮੇਲ ਹੋਇਆ। ਬਹੁਤ ਅੰਤਰ ਹੈ, ਬਹੁਤ ਫਰਕ ਹੈ। ਧੰਨ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ ਉਹ ਦਾਤ ਮਿਲ ਗਈ ਹੈ ਜੋ ਉਹ ਚਾਹੁੰਦੇ ਸੀ। ਉਹ ਜਿਹੜੀ ਚੀਜ਼ ਸੀ ਨਾ ਅੰਦਰ ਕਲਪਨਾ ਕਿ ਮੈਂ ਨਿਗੁਰਾ, ਮੈਂ ਨਿਗੁਰਾ, ਉਹ ਗੱਲ ਅੱਜ ਖਤਮ ਹੋ ਗਈ ਹੈ। ਨਾਮ ਵੀ ਮਿਲ ਗਿਆ ਤੇ ਗੁਰੂ ਕੇ ਪਿਆਰਿਓ ਗੁਰੂ ਵੀ ਮਿਲ ਗਏ। ਹੁਣ ਨੇ ਗੁਰੇ ਨਹੀਂ, ਹੁਣ ਉਹ ਬੋਲ ਕਹਿੰਦੇ ਹੀ ਨਹੀਂ, ਕਿਉਂਕਿ ਅੰਦਰ ਸ਼ਾਂਤ ਹੋ ਗਿਆ, ਅੰਦਰ ਅਡੋਲ ਹੋ ਗਿਆ, ਅੰਦਰੋਂ ਟਿਕ ਗਏ ਨੇ ਸ਼੍ਰੀ ਅਮਰਦਾਸ ਜੀ। ਤੋ ਗੁਰੂ ਕੇ ਪਿਆਰਿਓ ਹੁਣ ਜਾਨ ਨੂੰ ਪਿੱਛੇ ਤੇ ਚੇਤੀ ਨਹੀਂ ਕਰਦਾ। ਬੇਟੀ ਅਮਰੋਂ ਚਲੀ ਗਈ ਹੈ, ਲੇਕਿਨ ਸ਼੍ਰੀ ਅਮਰਦਾਸ ਤੇ ਇੱਥੇ ਹੀ ਠਹਿਰ ਗਏ। ਦੇਖਦੇ ਨੇ ਕਿ ਹਰ ਪ੍ਰਾਣੀ ਇੱਥੇ ਸੇਵਾ ਕਰ ਰਿਹਾ। ਕੀ ਕਰ ਰਿਹਾ? ਸੇਵਾ। ਇੱਕ ਹੋਰ ਬੇਨਤੀ ਕਰਾਂ, ਗੁਰੂ ਨਾਨਕ ਦੇ ਘਰ ਵਿੱਚ ਦੋ ਕਰਨਯੋਗ ਕੰਮ ਨੇ। ਕਿੰਨੇ? ਦੋ, ਜਿਹੜੇ ਸਾਡੇ ਨਿੱਜੀ ਭਲੇ ਵਾਸਤੇ, ਹਰ ਜੀਵ ਦੇ ਭਲੇ ਵਾਸਤੇ। ਉਹ ਕਿਹੜੇ ਦੋ ਕੰਮ ਨੇ? ਇੱਕ ਹੈ ਸੇਵਾ ਤੇ ਦੂਜਾ ਸਿਮਰਨ। ਗੁਰੂ ਨਾਨਕ ਦੇ ਘਰ ਵਿੱਚ ਕਰਨ ਯੋਗ ਦੋ ਕੰਮ, ਸੇਵਾ ਤੇ ਸਿਮਰਨ। ਸੇਵਾ ਕਰਨੀ ਤੇ ਸਿਮਰਨ। ਸਿਮਰਨ ਦਾ ਵੀ ਸਲੀਕਾ ਢੰਗ ਅਸੀਂ ਭੁਲਾ ਦਿੱਤਾ, ਵਿਸਰ ਗਿਆ। ਮੇਰੇ ਵਰਗੇ ਬਹੁਤੇ ਵੀਰਾਂ ਨੂੰ ਤੇ ਪਤਾ ਹੀ ਨਹੀਂ ਸਿਮਰਨ ਕੀ ਹੁੰਦਾ। ਸਿਮਰਨ ਇਹੀ ਨਹੀਂ ਹੁੰਦਾ ਕਿ ਉੱਚੀ ਉੱਚੀ ਗੁਰੂ ਦਾ ਦਿੱਤਾ ਮੰਤਰ ਉਚਾਰਨਾ। ਮਾਫ ਕਰ ਦੇਣਾ ਮੈਨੂੰ, ਸਿਮਰਨ ਸੰਸਕ੍ਰਿਤ ਦਾ ਲਫ਼ਜ਼ ਹੈ, ਨਹੀਂ ਤੇ ਪੜ੍ਹ ਲੈਣਾ। ਇਹਦਾ ਅੱਖਰੀ ਅਰਥ ਹੈ ਚੇਤੇ, ਯਾਦ ਕਰਨਾ। ਤੇ ਯਾਦ ਇੱਦਾਂ ਨਹੀਂ ਕਰੀਦਾ ਜਿੱਦਾਂ ਅਸੀਂ ਕਰਦੇ ਹਾਂ। ਵਾਹਿਗੁਰੂ ਨੂੰ ਯਾਦ ਕਰਨਾ ਤਾਂ ਇਹ ਤਰੀਕਾ ਹੈ ਕੋਈ? ਵਾਹਿਗੁਰੂ ਨੂੰ ਇੱਦਾਂ ਚੇਤੇ ਕਰਨਾ, ਬੈਠੇ ਆ ਕਈ ਵਾਰੀ ਵਿਦੇਸ਼ 'ਚ, ਪਿੱਛੇ ਦੇਸ਼ ਵਿੱਚ ਮਾਂ ਬੈਠੀ ਏ ਤੇ ਮਾਂ ਦੀ ਯਾਦ ਆਉਂਦੀ ਹੈ ਨਾ, ਆਉਂਦੀ ਮਾਂ ਨੂੰ ਯਾਦ। ਮਾਂ ਨੂੰ ਪੁੱਤਰ ਦੀ ਯਾਦ ਆਉਂਦੀ ਹੈ, ਆਪਣੇ ਬੱਚਿਆਂ ਦੀ ਯਾਦ ਆਉਂਦੀ, ਤੇ ਬੱਚਿਆਂ ਨੂੰ ਮਾਂ ਯਾਦ ਆਉਂਦੀ ਹੈ। ਇਹਨੂੰ ਸਿਮਰਨ ਕਹਿੰਦੇ ਨੇ। ਗੁਰੂ ਨਾਨਕ ਦੇ ਵਸਬ ਯਾਦ ਆਵਣ, ਤੁਸੀਂ ਗੁਰੂ ਨਾਨਕ ਨੂੰ ਚੇਤੇ ਕਰ ਰਹੇ ਹੋ, ਸਿਮਰਨ ਕਰ ਰਹੇ ਹੋ ਤੁਸੀਂ। ਪਰਮਾਤਮਾ ਦੇ ਉਪਕਾਰ ਚੇਤੇ ਆਵਣ, ਸਮਝੋ ਤੁਸੀਂ ਸਿਮਰਨ ਪਏ ਕਰਦੇ ਹੋ, ਯਾਦ ਪਏ ਕਰਦੇ ਹੋ ਰੱਬ ਨੂੰ, ਪਰਮ ਈਸ਼ਵਰ ਨੂੰ। ਅਸਲ ਤੇ ਸਿਮਰਨ ਇਹ ਸੀ। ਤੇ ਜਦੋਂ ਯਾਦ ਆਉਂਦੀ ਹੈ ਨਾ, ਇਹ ਕਹਿ ਕੇ ਮੈਂ ਅੱਗੇ ਤੋਰਾਂ,
ਜਦੋਂ ਯਾਦ ਕਿਸੇ ਦੀ ਆਉਂਦੀ ਤੇ ਜੋ ਵੀ ਅਸੀਂ ਕੰਮ ਕਰ ਰਹੇ ਹੁੰਨੇ ਆ ਨਾ, ਉਹਦੇ ਵਿੱਚੋਂ ਸੁਰਤ ਚਲੀ ਜਾਂਦੀ ਹੈ। ਤੇ ਕੋਲ ਦਾਨਾ ਸੱਜਣ ਇਹ ਬੋਲ ਕੇ ਕਹਿੰਦਾ, ਭਾਈ ਤੇਰਾ ਧਿਆਨ ਕਿੱਥੇ ਗਿਆ? ਉਹ ਦੇਖ ਲੈਂਦਾ ਕਿ ਇਹਦਾ ਧਿਆਨ ਇਸ ਕੰਮ ਵਿੱਚ ਨਹੀਂ ਜੋ ਇਹ ਕੰਮ ਕਰ ਰਿਹਾ। ਕੋਈ ਵੀ ਕੰਮ ਕਰ ਰਹੇ ਹੋ ਤੁਸੀਂ, ਜਦੋਂ ਯਾਦ ਕਰਦੇ ਹੋ ਤੇ ਇੰਨੀ ਇਕਾਗਰਤਾ ਬਣ ਜਾਂਦੀ ਏ, ਜਿਹਨੂੰ ਤੁਸੀਂ ਚੇਤੇ ਕਰਦੇ ਹੋ ਕਿ ਇੱਧਰ ਜੋ ਕਾਰ ਵਿਹਾਰ ਕਰ ਰਹੇ ਹੋ ਉਹਦੇ ਵਿੱਚ ਤੁਹਾਡਾ ਧਿਆਨ ਹੁੰਦਾ ਹੀ ਨਹੀਂ। ਇਹਨੂੰ ਸਿਮਰਨ ਕਹਿੰਦੇ। ਐਦਾਂ ਗੁਰੂ ਯਾਦ ਆਵੇ, ਐਦਾਂ ਗੁਰੂ ਦੇ ਵਸਬ ਯਾਦ ਆਵਨ, ਐਦਾਂ ਪਰਮੇਸ਼ਰ ਦੇ ਉਪਕਾਰ ਚੇਤੇ ਆਵਨ, ਇਹਨੂੰ ਕਹਿੰਦੇ ਨੇ ਸਿਮਰਨ। ਤੇ ਸਿਮਰਨ ਕਰਨ ਦਾ ਸਲੀਕਾ, ਢੰਗ, ਤਰੀਕਾ ਸਾਰੀ ਦੁਨੀਆ ਪੁੱਛੀ ਜਾਂਦੀ ਹੈ। ਤੇ ਵਿਦਵਾਨ ਲੋਕ ਕਹਿੰਦੇ ਪੁੱਛਦੇ ਅਕਸਰ ਉਹੀ ਨੇ ਜਿਨ੍ਹਾਂ ਨੇ ਕਰਨਾ ਨਹੀਂ ਹੈ। ਜਿਨ੍ਹਾਂ ਨੇ ਕਰਨਾ ਹੈ ਨਾ ਸਿਮਰਨ, ਉਹ ਕਦੇ ਪੁੱਛਦੇ ਨਹੀਂ। ਕਦੇ ਇਹ ਵੀ ਕਿਸੇ ਨੇ ਪੁੱਛਿਆ ਕਿ ਯਾਰ ਤੂੰ ਮਾਂ ਨੂੰ ਯਾਦ ਕਰਦਾ, ਮੈਨੂੰ ਵੀ ਦੱਸ ਮਾਂ ਕਿਵੇਂ ਯਾਦ ਆਉਂਦੀ ਹੈ, ਪਿਤਾ ਕਿਵੇਂ ਯਾਦ ਆਉਂਦਾ, ਬੱਚੇ ਕਿਵੇਂ ਯਾਦ ਆਉਂਦੇ? ਕੋਈ ਨਹੀਂ ਕਿਸੇ ਨੂੰ ਪੁੱਛਦਾ, ਕਿਉਂਕਿ ਉਹਨਾਂ ਨਾਲ ਪ੍ਰੀਤ ਹੈ, ਉਹਨਾਂ ਦੀ ਯਾਦ ਆਉਂਦੀ ਹੈ। ਗੁਰੂ ਨਾਨਕ ਨਾਲ ਪਿਆਰ ਪਾ ਲਓ, ਗੁਰੂ ਨਾਨਕ ਸਾਹਿਬ ਚੇਤੇ ਆਵਣਗੇ। ਪਰਮਾਤਮਾ ਨਾਲ ਪ੍ਰੀਤ ਪਾ ਲਓ, ਪਰਮਾਤਮਾ ਯਾਦ ਆਏਗਾ। ਇਹੀ ਪਰਮਾਤਮਾ ਦਾ ਪਾਉਣਾ। ਸਾਚ ਕਹੂੰ ਸੁਨ ਲਿਓ ਸਭੈ ਜਿਨ ਪ੍ਰੇਮ ਕੀਓ। ਕਲਗੀਧਰ ਪਿਤਾ ਨੇ ਡੰਕੇ ਦੀ ਚੋਟ ਤੇ ਕਹਿ ਦਿੱਤਾ, ਜਿਹਨੇ ਪ੍ਰਭੂ ਨਾਲ ਪ੍ਰੀਤ ਪਾ ਲਈ ਤੇ ਜਿਹਦੀ ਪ੍ਰੀਤ ਉਹਦੇ ਨਾਲ ਬਣ ਗਈ, ਉਹਦੀ ਯਾਦ ਆਏਗੀ। ਯਾਦ ਆਉਣਾ ਹੀ ਸਿਮਰਨ ਹੈ। ਐਦਾਂ ਹੀ ਰੱਬ ਨੂੰ ਪਾਇਆ ਜਾ ਸਕਦਾ। ਬਾਕੀ ਸਲੀਕੇ, ਢੰਗ, ਤਰੀਕੇ ਸਾਡੇ ਸੰਸਾਰਕ ਨੇ। ਸ੍ਰੀ ਅਮਰਦਾਸ ਸੇਵਾ ਵਿੱਚ ਜੁਟ ਗਏ। 12 ਸਾਲ ਸੇਵਾ ਕੀਤੀ, ਬੜੀ ਕਠਿਨ। ਉਮਰ ਵਿੱਚ ਕਿੰਨੇ ਵੱਡੇ ਨੇ? ਸਿਰਫ ਗੁਰੂ ਨਾਨਕ ਸਾਹਿਬ ਨਾਲੋਂ 10 ਸਾਲ ਛੋਟੇ ਨੇ ਸ੍ਰੀ ਅਮਰਦਾਸ। ਤੇ ਗੁਰੂ ਅੰਗਦ ਦੇਵ ਜੀ ਤੇ ਬਹੁਤ ਛੋਟੇ ਨੇ ਉਮਰ ਵਿੱਚ। ਰੋਜ਼ ਪਾਣੀ ਦੀ ਗਾਗਰ ਭਰ ਕੇ ਲਿਆਂਦੇ ਤੇ ਸ਼ਰਧਾ ਨਾਲ ਗੁਰੂ ਨੂੰ ਇਸ਼ਨਾਨ ਕਰਾਉਂਦੇ ਨੇ। 12 ਸਾਲ ਸੇਵਾ ਕਰਨ ਤੋਂ ਬਾਅਦ ਗੁਰੂ ਨੇ ਵੀ ਐਸੀ ਕਿਰਪਾ ਕੀਤੀ ਹੈ, ਗੁਰਤਾ ਗੱਦੀ ਦੇਣ ਸਮੇਂ ਨਾ ਪਿਆਰਿਓ 12 ਵਰ ਦਿੱਤੇ। ਕਿੰਨੇ ਵਰ ਦਿੱਤੇ? 12। ਇਹ ਅਨੁਮਾਨ ਲੋਕ ਵਿਦਵਾਨ ਲਾਉਂਦੇ ਨੇ, ਮਾਫ ਕਰਨਾ ਇਹਦੇ ਵਿੱਚ ਹਕੀਕਤ ਹੈ ਕਿ ਨਹੀਂ, ਮੈਂ ਪਹਿਲਾਂ ਹੀ ਬੇਨਤੀ ਕਰ ਦੇਵਾਂ। ਇਹ ਇੱਕ ਕਲਪਨਾ ਜਿਹੜੀ ਵਿਦਵਾਨਾਂ ਦੀ ਹੈ, ਕਿਉਂਕਿ ਗੁਰੂ ਜਦ ਦਿੰਦਾ ਗਿਣਤੀ ਮਿੰਤੀ ਦਾ ਉਹ ਦਿੰਦਾ ਹੀ ਨਹੀਂ, ਉਹ ਤੇ ਖਜ਼ਾਨਾ ਹੀ ਖੋਲ ਦਿੰਦਾ। ਭਾਵੇਂ ਉਹ ਖਜ਼ਾਨਾ ਨਾਮ ਦਾ ਹੋਵੇ ਤੇ ਭਾਵੇਂ ਉਹ ਖਜ਼ਾਨਾ ਪਦਾਰਥਾਂ ਦਾ ਹੋਵੇ। ਪਿਆਰਿਓ, ਜਦ ਗੁਰੂ ਦਿੰਦਾ ਤੇ ਉਹ ਗਿਣਤੀ ਮਿੰਤੀ ਦਾ, ਪ੍ਰਭੂ ਦਿੰਦਾ ਤੇ ਗਿਣਤੀ ਮਿੰਤੀ ਦਾ ਨਹੀਂ ਦਿੰਦਾ, ਉਹ ਖਜ਼ਾਨੇ ਹੀ ਭਰ ਦਿੰਦਾ। ਖੈਰ, ਗੁਰਤਾ ਗੱਦੀ ਪ੍ਰਾਪਤ ਹੋਈ। ਇੱਕ ਬਚਨ ਭਾਈ ਸਾਹਿਬ ਨੇ ਸਵਈਆ ਗਾਇਨ ਕੀਤਾ। ਮੇਰੀ ਇੱਛਾ ਹੈ ਕਿ ਆ ਜਿਹੜਾ ਚੰਦ ਮਿੰਟ ਦਾ ਸਮਾਂ, 2-4 ਮਿੰਟ ਦਾ, ਉਹ ਸਵਈਏ ਨੂੰ ਮੈਂ ਵਿਚਾਰਨਾ ਚਾਹੁੰਦਾ। ਬੜਾ ਲੈ, ਸੁਰ, ਤਾਲ ਤੇ ਮਿਠਾਸ ਭਰੇ। ਮੈਂ ਤਾਂ ਕਹਿੰਦਾ ਧੰਨ ਭਾਗ ਹਨ ਸਾਡੇ ਇਹੋ ਜੇ ਧੰਨ ਗੁਰੂ ਰਾਮਦਾਸ ਦੇ ਦਰੋਂ ਘਰੋਂ ਵਰੋ ਸਾਏ ਹਜ਼ੂਰੀ। ਜਥਿਆਂ ਪਾਸੋਂ ਸਾਨੂੰ ਗੁਰਬਾਣੀ ਦਾ ਰਸ ਪੀਨਾ, ਕੀਰਤਨ ਸਰਵਨ ਕਰਨ ਨੂੰ ਮਿਲਦਾ। ਭਾਗ ਚੰਗੇ ਨੇ ਸਾਡੇ। ਰੱਬੀ ਸਿਫਤ ਜੋ ਇਹੋ ਜੇ ਗੁਰੂ ਕੇ ਪਿਆਰਿਆਂ ਕੋਲੋਂ ਸੁਣਨ ਨੂੰ ਮਿਲਦੀ। ਗੁਰ ਅਮਰਦਾਸ ਪਰਸੀਐ। ਗੁਰੂ ਅਮਰਦਾਸ ਪਰਸੀਐ। ਇਹ ਹੁਣ ਇਸ ਅੰਦਾਜ਼ ਵਿੱਚ ਸਵਈਆ ਉਚਾਰਨ ਕੀਤਾ ਕਿ ਭੱਟ ਪਤਾ ਕੀ ਕਹਿੰਦਾ? ਭੱਟ ਕਹਿੰਦਾ, ਆਓ ਸਾਰੇ ਮਿਲ ਕੇ ਗੁਰੂ ਅਮਰਦਾਸ ਦੇ ਚਰਨ ਸੰਪਰਸ਼ ਕਰੀਏ। ਇਕੱਲਾ ਹੀ ਨਹੀਂ, ਆਓ ਸਾਰੇ ਹੀ। ਤੇ ਅੱਜ ਜੇ ਗੁਰੂ ਅਮਰਦਾਸ ਜੀ ਦੇ ਆਪਣੇ ਚਰਨ ਸੰਪਰਸ਼ ਕਰਨੇ ਹੁਣ ਤਾਂ ਕੀ ਕਰਨਾ ਹੋਏਗਾ? ਸਰੀਰ ਤੇ ਹੈ ਨਹੀਂ। ਗੁਰੂ ਕੇ ਪਿਆਰਿਓ, ਗੁਰੂ ਦਾ ਜਿਹੜਾ ਸ਼ਬਦ ਹੈ, ਗੁਰੂ ਦਾ ਸਰੀਰ ਹੈ। ਤੇ ਜੇ ਸ਼ਬਦ ਸਰੀਰ ਹੈ ਤੇ ਸ਼ਬਦ ਹੀ ਗੁਰੂ ਦੇ ਚਰਨ ਨੇ। ਸ਼ਬਦ ਨਾਲ ਸੁਰਤ ਨੂੰ ਜੋੜ ਲਓ, ਆਪੇ ਚਰਨਾਂ ਵਿੱਚ ਟਿਕ ਜਾਓਗੇ। ਹਿਰਦੇ ਵਿੱਚ ਚਰਨ ਵਸ ਜਾਣਗੇ ਜੇ ਸ਼ਬਦ ਵਸ ਗਿਆ। ਗੱਲ ਸੁਰਤੀ ਦੀ ਹੈ। ਸ਼ਬਦ ਤੇ ਸੁਰਤ ਦੀ ਸਾਂਝ ਜੇ ਬਣ ਜਾਏ ਤੇ ਫਿਰ ਇਹ ਲੁਤਫ, ਫਿਰ ਇਹ ਮਿਲਾਪ ਦਾ ਆਨੰਦ ਅਨੁਭਵ ਹੁੰਦਾ ਹੈ।
ਐਦਾਂ ਨਹੀਂ, ਐਦਾਂ ਮੇਰੇ ਵਰਗੇ ਕਹਿਣ ਮਾਤਰੀ ਗੱਲਾਂ ਕਰਦੇ ਨੇ। ਆਓ ਕੀ ਗੁਰ ਅਮਰਦਾਸ ਪਰਸੀਐ ਪੋਮ, ਪੋਮ ਲਫ਼ਜ਼ ਹੈ ਪ੍ਰਿਥਵੀ, ਧਰਤੀ। ਭੱਟ ਕਹਿੰਦਾ ਇੱਕ ਨਹੀਂ ਦੋ ਨਹੀਂ, ਸਾਰੀ ਧਰਤੀ ਦੇ ਪਾਪ ਨਾਸ ਹੋ ਜਾਣਗੇ ਜੇ ਸਭ ਜੀਵ ਮਿਲ ਕੇ ਗੁਰੂ ਅਮਰਦਾਸ ਦੇ ਉਚਾਰਨ ਕੀਤੇ ਬਾਣੀ ਸ਼ਬਦ ਨਾਲ ਜਾਂ ਉਹਨਾਂ ਦੀ ਸਿਫਤ ਹਿੱਤ ਆ ਜਿਹੜੀ ਸ਼ਬਦ ਉਚਾਰਨ ਕੀਤਾ, ਜੇ ਇਹ ਸ਼ਬਦ ਨਾਲ ਜੁੜ ਜਾਈਏ, ਇੱਕ ਨਹੀਂ ਦੋ ਨਹੀਂ, ਸਾਰੀ ਪੌਮ ਧਰਤੀ ਦੇ ਪਾਪ ਜਿਹੜੇ ਨੇ ਮਿਟ ਜਾਣਗੇ। ਪੋਹਮ ਪਾਤਕ ਬੇਨਾਸੇ। ਗੁਰੂ ਅਮਰਦਾਸ ਪਰਸੀਐ ਸਿੱਧ ਸਾਧਕ, ਵੱਡੇ ਵੱਡੇ ਪੁੱਗੇ ਸਿੱਧ ਜੋਗੀ ਪੀਰ ਪੈਗੰਬਰ ਤਰਸਦੇ ਨੇ ਕਿ ਕਿਤੇ ਐਸਾ ਮੌਕਾ ਸਾਨੂੰ ਮਿਲ ਜਾਵੇ ਗੁਰੂ ਅਮਰਦਾਸ ਦੇ ਚਰਨ ਸੰਪਰਸ਼ਨ ਲਈ। ਗੁਰੂ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸੈ, ਗੁਰੂ ਅਮਰਦਾਸ ਪਰਸੀਐ ਧਿਆਨ ਲਈਐ, ਧਿਆਨ ਲਈਐ। ਕੀ ਮਿਲਦਾ? ਪਰਮਾਤਮਾ ਦੇ ਚਰਨਾਂ ਨਾਲ ਧਿਆਨ ਜੁੜਦਾ, ਤੇ ਜਿਹਦਾ ਜੁੜ ਜਾਏ ਧਿਆਨ ਪਿਆਰਿਓ, ਪਉ ਮੁੱਕੈ। ਪਉ ਕੀ ਹੈ? ਪੰਧ, ਰਸਤਾ। ਮੁੱਕੇ ਦਾ ਮਤਲਬ ਹੈ ਮੁੱਕ ਜਾਏਗਾ। ਆ ਜਿਹੜਾ ਜਨਮ ਤੇ ਮਰਨ ਦਾ ਰਸਤਾ ਸਹੇੜੀ ਬੈਠੇ ਆ, ਵਾਸ਼ਨਾਵਾਂ ਦੇ ਕਾਰਨ ਮੁੱਕ ਜਾਏਗਾ, ਖਤਮ ਹੋ ਜਾਏਗਾ। ਗੁਰੂ ਅਮਰਦਾਸ ਪਰਸੀਏ ਆਪਾਓ ਲੱਭੈ, ਨਿਰਭਉ ਨਿਰੰਕਾਰ ਨੂੰ ਲੱਭ ਰਹੇ ਹੋ ਵੀ ਲੱਭ ਜਾਏਗਾ। ਗੁਰੂ ਅਮਰਦਾਸ ਜੀ ਦੇ ਚਰਨਾਂ ਦਾ ਧਿਆਨ ਧਰੋ, ਸੰਪਰਸ਼ ਕਰੋ। ਗੁਰੂ ਅਮਰਦਾਸ ਪਰਸੀਐ ਆਪਾਓ ਲੱਭੈ, ਲੱਭ ਜਾਏਗਾ। ਤੇ ਗਉ, ਗਉ ਦਾ ਮਤਲਬ ਹੈ ਗਮਨ, ਚੁੱਕੈ ਦਾ ਮਤਲਬ ਹੈ ਮੁੱਕ ਜਾਏਗਾ। ਆਵਾ ਗਮਨ ਦਾ ਚੱਕਰ ਵੀ ਮੁੱਕ ਜਾਏਗਾ, ਤੇ ਜਿਸ ਰੱਬ ਨੂੰ ਤੁਸੀਂ ਲੱਭ ਰਹੇ ਹੋ ਉਹ ਰੱਬ ਵੀ ਮਿਲ ਜਾਏਗਾ। ਪਰ ਭੱਟ ਕਹਿੰਦਾ ਲੱਭਣਾ ਕੀ ਦੁਨੀਆ ਦੇ ਲੋਕੋ। ਮੈਂ ਸਮਾਪਤੀ ਕਰਨ ਲੱਗਾ ਭਾਈ ਸਾਹਿਬ। ਵਿਚਾਰ ਇੱਕ ਐਸਾ ਮਜ਼ਮੂਨ ਹੈ, ਇਹਨੂੰ ਛੱਡਣ ਨੂੰ ਜੀ ਨਹੀਂ ਕਰਦਾ, ਗੱਲ ਵਕਤ ਦੀ ਨਹੀਂ ਹੈ। ਭੱਟਾਂ ਨਹੀਂ ਕਿਹਾ, ਪਰ ਅਸੀਂ ਹਰ ਸਤਿਗੁਰਾਂ ਲਈ ਬੜੇ ਦਾਨੇ ਸੱਜਣ ਆਪ ਬੈਠੇ ਹੋ, ਇਹ ਅਸੀਂ ਸਵਈਆ ਵਰਤ ਲੈਂਦੇ ਹਾਂ, ਇਸਤੇਮਾਲ ਕਰਦੇ ਹਾਂ ਹਰ ਸਤਿਗੁਰਾਂ ਦੇ ਪ੍ਰਤੀ। ਪਰ ਭੱਟਾਂ ਨੇ ਕੇਵਲ ਤੇ ਕੇਵਲ ਸਵਈਆ ਗੁਰੂ ਅਮਰਦਾਸ ਜੀ ਲਈ ਵਰਤਿਆ। ਉਹ ਸਵਈਆ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਅੱਜ ਆਪ ਜੀ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ ਆਗਮਨ ਪੁਰਬ ਮਨਾ ਰਹੇ ਹੋ। ਆਗਮਨ ਪੁਰਬ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਭੁੱਲਾਂ ਚੁੱਕਾਂ ਦੀ ਦਾਸ ਨੂੰ ਖਿਮਾ ਕਰ ਦੇਣੀ। ਜੇ ਮੈਂ ਸਮਾਂ ਵੀ ਜ਼ਿਆਦਾ ਲੈ ਗਿਆ ਹੋਵਾਂ ਤਾਂ ਵੀ ਮੈਂ ਖਿਮਾ ਦਾ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਸਾਧ ਸੰਗਤ ਜੀ, ਵਡਭਾਗੀ ਹੋ ਸਤਿਗੁਰੂ ਜੀ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਹੋਈ ਹੈ। ਅੱਜ ਮਹਾਨ ਪਵਿੱਤਰ ਦਿਹਾੜਾ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਹੈ। ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਹਰੀ ਜਸ ਕੀਰਤਨ ਸੁਣ ਕੇ ਸਤਿਗੁਰੂ ਜੀ ਦਾ ਪਾਵਨ ਜੀਵਨ ਇਤਿਹਾਸ ਅਤੀ ਸਤਿਕਾਰਯੋਗ ਗਿਆਨੀ ਜਸਵੀਰ ਸਿੰਘ ਜੀ ਖੁਸ਼ ਦਿਲ ਜਲੰਧਰ ਵਾਲਿਆਂ ਦੀ ਮੁਬਾਰਕ ਰਸਨਾ ਤੋਂ ਆਪ ਜੀ ਨੇ ਸਰਵਣ ਕੀਤਾ। ਅਗਲੇ ਸਮੇਂ ਮੁਤਾਬਕ 1:15 ਵਜੇ ਤੱਕ ਸਿੱਖ ਪੰਥ ਦਾ ਮਹਾਨ ਕੀਰਤਨੀ ਯਥਾ ਭਾਈ ਸਾਹਿਬ ਭਾਈ ਰਾਏ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ